ਜੋ ਤੁਸੀਂ ਹਾਲਾਤ ਮੀਡੀਆ ਨੇ ਸਾਰੀ ਦੁਨੀਆ ਨੂੰ ਦਿਖਾਏ ਆ, ਸਾਡੇ ਲਈ ਬੜੇ ਉਹ ਮੈਂ ਸਮਝਦਾ ਲੁਧਿਆਣੇ ਲਈ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੋਵੇ, ਆਹੀ ਉਹ ਜਗ੍ਹਾ ਸੀ ਜਿਹੜੀ ਅੱਜ ਆ ਮਿੱਟੀ ਜੀ ਨਾਲ ਭਰੀ ਆ। ਅਸੀਂ ਤੇ ਦੂਜੇ ਪਾਸੇ ਇੱਕ ਹੋਰ ਜਗ੍ਹਾ ਜਿੱਥੇ ਬੱਸ ਨਿੰਗੀ ਤੇ ਉਦੋਂ ਬਾਅਦ ਵੀਡੀਓ ਬਣੀਆਂ ਸਾਡੀਆਂ ਬੱਚੀਆਂ ਦਾ ਕਿਨੈਟਿਕ ਜਿਹੜਾ ਥੱਲੇ ਚਲਾ ਗਿਆ, ਇੱਥੋਂ ਗੱਡੀ ਚਲੀ ਗਈ। 7:30 ਵਜੇ ਦੀ ਸਵੇਰ ਦੀ ਗੱਲ ਆ। ਮੈਂ ਲਗਾਤਾਰ ਉਦਣ ਦਾ ਗੱਲ ਕਰ ਰਿਹਾ। ਸਭ ਤੋਂ ਪਹਿਲਾਂ ਮੈਂ ਗੱਲ ਸਾਡੇ ਜਿਹੜੇ ਜ਼ੋਨਲ ਕਮਿਸ਼ਨਰ ਨੇ ਉਹਨਾਂ ਨਾਲ ਕੀਤੀ। ਉਹ ਕਹਿੰਦੇ ਨਹੀਂ ਜੀ, ਜਿਨ੍ਹਾਂ ਦਾ ਨਾਮ ਆ ਨੀਰਜ ਜੈਨ, ਉਹ ਕਹਿੰਦੇ ਜੀ ਇਹ ਜ਼ਿੰਮੇਵਾਰੀ ਇੱਕ IAS ਆਫੀਸਰ ਆਏ ਆ ਨਵੇਂ, ਉਹਨਾਂ ਦੇ ਨੂੰ ਪਤਾ ਹੈ। ਉਦੋਂ ਬਾਅਦ ਮੈਂ ਇੱਥੇ ਦੇ ਜਿਹੜੇ ਐਕਸੀਅਨ ਨੇ ਰਮਨ ਜੀ, ਉਹਨਾਂ ਨਾਲ ਗੱਲ ਕੀਤੀ B&R ਦੇ ਆ। ਉਹ ਕਹਿੰਦੇ ਜੀ ਨਹੀਂ, ਇਹ ਜ਼ਿੰਮੇਵਾਰੀ ਤਾਂ ਜਿਹੜੀ ਆਪਰੇਸ਼ਨ ਐਂਡ ਮੇਨਟੇਨੈਂਸ O&M ਜਿਹੜੀ ਇੱਥੇ ਸੈੱਲ ਆ ਜਿਹੜਾ ਉਹ ਕੰਮ ਕਰਦਾ, ਉਹਨਾਂ ਦੀ ਜ਼ਿੰਮੇਵਾਰੀ ਹੈ। ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਜੀ ਗਰਚਾ ਜੀ ਇੱਥੇ SDO ਨੇ, ਉਹਨਾਂ ਦੀ ਜ਼ਿੰਮੇਵਾਰੀ ਹੈ ਜੀ। ਉਹ ਕਹਿੰਦੇ ਨਹੀਂ ਜੀ, ਉਹਨੇ ਨਵੀਂ ਗੱਲ ਸੁਣਾਤੀ। ਉਹ ਕਹਿੰਦੇ ਜੀ ਇੱਕ ਠੇਕੇਦਾਰ ਨੇ ਸੁਰੇਸ਼ ਕੁਮਾਰ, ਉਹ ਠੇਕੇਦਾਰ ਬਠਿੰਡੇ ਤੋਂ ਨੇ। ਉਹਨਾਂ ਦਾ ਕਹਿਣ ਦਾ ਮਤਲਬ ਵੀ ਉਹ ਬਾਦਲਾਂ ਦੇ ਬਠਿੰਡੇ ਉਧਰ ਜ਼ਿਲ੍ਹੇ ਤੋਂ ਨੇ, ਉਹ ਜਾਣ ਕੇ ਖਰਾਬ ਕਰ ਰਹੇ। ਹੁਣ ਮੈਂ ਜਦੋਂ ਮੈਨੂੰ ਕੋਈ ਕਿਤੋਂ ਵੀ ਸਪਸ਼ਟ ਜਿਹੜਾ ਜਵਾਬ ਨਹੀਂ ਲੱਭਿਆ, ਇੱਕ ਮੈਂਬਰ ਹੋਣ ਪਾਰਲੀਮੈਂਟ ਹੋਣ ਨਾਤੇ, ਤੇ ਇਹਦਾ ਹੱਲ ਕੀ ਆ? ਹੋਰ ਇਹ ਜ਼ਿੰਮੇਵਾਰੀ ਇਕੱਲੀ ਮੈਂ ਕਿਸੇ ਅਫਸਰ ਤੇ ਨਹੀਂ ਪਾ ਸਕਦਾ, ਕਿਸੇ ਠੇਕੇਦਾਰ ਤੇ ਮੁਲਾਜ਼ਮ ਤੇ ਨਹੀਂ ਪਾ ਸਕਦਾ। ਮੈਂ ਤਾਂ ਮਨ ਬਣਾ ਕੇ ਆਇਆ ਵੀ ਇਹ ਐਂ ਕੰਮ ਚੱਲਣਾ ਨਹੀਂ। ਮੈਂ ਇਹ ਨਹੀਂ ਕੋਈ ਸਮਝੇ ਕੋਈ ਇਹ ਪੋਲੀਟੀਕਲ ਡਰਾਮਾ ਹੈ, ਕਿਉਂਕਿ ਲੋਕਾਂ ਨੇ ਸਾਨੂੰ ਬਾਰ-ਬਾਰ ਚੁਣਿਆ ਹੈ। ਅੱਕ ਗਏ ਆ ਇਹ ਗੱਲ ਦੇਖ ਸੁਣ ਕੇ ਅੱਕ। ਇਹ ਸਮਾਰਟ ਸਿਟੀ ਦੀ ਗੱਲ ਕੀਤੀ ਮੈਂ, ਲੋਕਾਂ ਦੇ ਬੜੇ ਟਰੋਲ ਹੁੰਦਾ ਦੇਖ ਰਿਹਾ 3 ਦਿਨ ਦਾ, ਕਿਸ ਤਰੀਕੇ ਨਾਲ ਮੀਡੀਆ 'ਚ ਆ ਰਿਹਾ। ਮੈਂ ਇਹ ਕਮਿਸ਼ਨਰ ਪੁਲਿਸ ਜਿਹੜੇ ਸਾਡੇ ਭੁੱਲਰ ਸਾਹਿਬ ਨੇ, ਉਹਨਾਂ ਨੂੰ ਪਹਿਲਾਂ ਇਹ ਕਹਿਣ ਲੱਗਿਆ ਵੀ ਸਭ ਤੋਂ ਪਹਿਲਾਂ FIR ਦਰਜ ਕਰੋ ਮੇਰੇ ਨਾਲ, ਕਿਉਂਕਿ ਇਹ ਲੋਕਾਂ ਦਾ ਪੈਸਾ, ਲੋਕਾਂ ਨੇ ਸਾਨੂੰ MP ਚੁਣਿਆ। ਸਰ ਮੈਂ ਰਵਨੀਤ ਬਿੱਟੂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ। ਆ ਸਾਰੇ ਮੀਡੀਆ ਦੇ ਮੂਹਰੇ ਮੈਂ ਗੱਲ ਕਰ ਰਿਹਾ। ਪਹਿਲਾਂ ਇਹ ਜਿਹੜਾ ਤੁਸੀਂ ਵੀ ਹਾਦਸਾ ਸ਼ਰਮਿੰਦਾ ਬੜਾ ਸਾਰੇ ਲੁਧਿਆਣੇ ਵਾਲੇ ਹੋਏ ਆ। ਇੱਕ ਮੇਰੇ ਤੇ ਸਭ ਤੋਂ ਪਹਿਲਾਂ ਤਾਂ ਇਹ ਕੰਪਲੇਂਟ 'ਚ ਇੱਕ ਮੇਰਾ ਦਰਜ ਕਰੋ, 9 ਮੈਂਬਰ ਪਾਰਲੀਮੈਂਟ ਦਾ ਇਨਕੁਆਇਰੀ ਕਰੋ, ਕਿਉਂਕਿ ਕੋਈ ਵੀ ਇਹ ਦੱਸਣ ਨੂੰ ਤਿਆਰ ਨਹੀਂ। ਜੇ ਕਮਿਸ਼ਨਰ ਨਾਲ ਗੱਲ ਕਰਦੇ ਆ, ਉਹ ਕਹਿੰਦੇ ਜੀ ਇਹ ਜ਼ੋਨਲ ਕਮਿਸ਼ਨਰ ਦੀ ਜ਼ਿੰਮੇਵਾਰੀ ਆ। ਜ਼ੋਨਲ ਕਮਿਸ਼ਨਰ ਨਾਲ ਕਰਦੇ ਹੋ, ਉਹ ਕਹਿੰਦੇ ਇੱਕ IAS ਆਫੀਸਰ ਨੇ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਆ। ਜੇ ਉਹਨਾਂ ਨਾਲ ਕਰਦੇ ਹੋ, ਉਹ ਕਹਿੰਦੇ ਜੀ ਨਹੀਂ ਇਹ B&R ਵਾਲਿਆਂ ਦੀ ਜ਼ਿੰਮੇਵਾਰੀ ਆ। ਜੇ B&R ਵਾਲਿਆਂ ਨਾਲ ਕਰਦੇ ਹੋ, ਉਹ ਕਹਿੰਦੇ ਆ ਜੀ ਇਹ ਮੇਨਟੇਨੈਂਸ ਵਾਲੇ ਜਿਹੜੇ ਇਹਨੂੰ ਦੇਖਦੇ ਆ, ਸੈੱਲ ਆਪਰੇਸ਼ਨ ਵਾਲੇ, ਉਹਨਾਂ ਦੀ ਜ਼ਿੰਮੇਵਾਰੀ ਆ। ਮੇਰੀ ਬੇਨਤੀ ਹੈ ਕਿਸੇ ਗਰੀਬ ਤੇ ਕਿਉਂ ਹੋਵੇ, ਸਭ ਤੋਂ ਪਹਿਲਾਂ ਇਹ ਮੇਰਾ, ਕਿਉਂਕਿ ਮੈਂ ਵੀ ਅਫਸਰ ਲਵਾਏ ਹੋ ਸਕਦੇ ਆ, ਮੈਂ ਵੀ ਠੇਕੇਦਾਰਾਂ ਨੂੰ ਮਦਦ ਕੀਤੀ ਜਾ ਸਕਦੀ ਆ। ਮੇਰੇ ਤੋਂ ਲੈ ਕੇ ਇਹ ਮੇਅਰ ਸਾਹਿਬ ਤੋਂ ਲੈ ਕੇ ਕਮਿਸ਼ਨਰ ਜ਼ੋਨਲ ਤੋਂ ਲੈ ਕੇ ਇਹ SDO ਐਕਸੀਅਨ ਜਿਹੜੇ ਵੱਡੇ ਅਫਸਰ ਨੇ, ਠੇਕੇਦਾਰ ਤੱਕ, ਇਹ ਪੁਲਿਸ ਆਪਣੇ ਹੱਥ। ਇਹ ਮੇਰੇ ਨਾਲ ਕਾਰਪੋਰੇਸ਼ਨ ਕਮਿਸ਼ਨਰ ਵਾਲੇ ਇਹ ਗੱਲ ਵੀ ਕਹਿ ਸਕਦੇ ਆ, ਪਰ ਇਸ ਕਰਕੇ ਮੈਂ ਪਹਿਲਾਂ ਕਹਿ ਰਿਹਾ ਵੀ ਮੇਰਾ ਇਸ FIR 'ਚ ਨਾਂ ਲਿਖਿਆ ਜਾਵੇ। ਜੇ ਕੋਈ ਹਾਦਸਾ ਹੋ ਜਾਂਦਾ, ਸਭ ਤੋਂ ਵੱਡੀ ਮੇਰੀ ਜ਼ਿੰਮੇਵਾਰੀ ਆ। ਤੁਸੀਂ ਮੇਰੀ ਬੇਨਤੀ ਹੈ, ਤਫਤੀਸ਼ ਆ ਜਿਹੜੀ ਇਹ ਆਪਣੇ ਹੱਥ ਲੈ ਕੇ ਇਹਨੂੰ ਵਿਦਿਨ ਡੇਜ਼, ਮੈਂ ਸਮਝਦਾ ਇਹਨੂੰ ਤੁਸੀਂ ਮੁਕੰਮਲ ਕਰੋ। ਇਹ ਕਿਉਂਕਿ ਬਣਨਾ ਨਹੀਂ ਜੇ ਟੌਪ ਤੋਂ ਨਹੀਂ ਸ਼ੁਰੂ ਕਰਾਂਗੇ, ਤੇ ਮੇਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਇਹ ਕਾਰਵਾਈ ਜਲਦੀ ਤੋਂ ਜਲਦੀ। ਮੇਰੀ ਬੇਨਤੀ ਆ, ਮੈਂ ਆ ਕੇ ਇਦੋਂ ਬਾਅਦ ਤੁਹਾਨੂੰ ਪਰਸਨਲ ਵੀ ਮਿਲਦਾ। ਠੀਕ ਹੈ। ਦੇਖੋ ਇਹ ਤਮਾਸ਼ਾ ਨਹੀਂ ਚੱਲਣਾ, ਇਹ ਜ਼ਿੰਮੇਵਾਰੀ ਲੈਣੀ ਪੈਣੀ ਆ, ਤੇ ਮੇਰੀ ਜ਼ਿੰਮੇਵਾਰੀ ਇਹ ਸਭ ਤੋਂ ਵੱਡੀ ਆ, ਤੇ ਮੈਂ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਤੇ ਮੇਰੇ ਤੇ FIR ਇਸ ਗੱਲ ਦੀ ਮੈਂ ਪਹਿਲਾਂ ਕਿਹਾ ਵੀ ਆਪਣੇ ਆਪ ਬਥੇਰੀਆਂ ਵੀ ਸਾਡੇ ਤੇ ਅਸੀਂ ਐਜੀਟੇਸ਼ਨ ਕਰਦੇ ਹਾਂ, ਹੋਰ ਲੋਕਾਂ ਕਰ ਖਾਤੇ ਹਾਂ। ਇਹ ਤਾਂ ਹੱਦ ਹੀ ਹੋ ਗਈ ਯਾਰ। ਥੱਲਿਓਂ ਪਤਾ ਹੀ ਨਹੀਂ ਵੀ ਬੱਸ ਥੱਲੇ ਗੱਡੀ ਦੀ ਗੱਡੀ ਵੜ ਜਵੇ। ਤੇ ਜੇ ਕਹਿੰਦੇ ਨਹੀਂ ਜੀ ਇਹ ਤਾਂ 56 ਸਾਲ ਪਹਿਲਾਂ ਦਾ। ਤੇ ਇੱਕ ਗੱਲ ਹੋਰ ਮੈਂ ਭੁੱਲ ਗਿਆ, ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਿਹੜੀ ਇਹ ਜਿਹੜੇ ਕੇਬਲ ਕੰਪਨੀਆਂ ਹੈ ਜਿਹੜੀਆਂ ਕੇਬਲ ਵਿਛਾਉਂਦੀਆਂ, ਜਾਂ ਜਿਹੜੇ ਟੈਲੀਫੋਨ ਜਿਹੜੀਆਂ ਉਹ ਮਸ਼ੀਨਾਂ ਵੱਡੀਆਂ ਲਾ ਕੇ, ਕਿਉਂਕਿ ਥੱਲੇ ਸੀਵਰੇਜ ਜਾ ਰਹੇ ਆ, ਜਿਹੜੇ ਸੀਵਰੇਜ ਜਾ ਰਹੇ ਆ ਥੱਲੇ, ਉਹਨਾਂ ਦੇ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਉਹਨਾਂ 'ਚ ਸਰਾਖ ਹੋ ਜਾਂਦਾ ਥੱਲੇ, ਕਿਉਂਕਿ 20-30 ਫੁੱਟ ਨੇ। ਉਹਨਾਂ ਜਦੋਂ ਸਰਾਖ ਇਹ ਕਰਦੇ ਆ, ਪਰਮਿਸ਼ਨ ਤਾਂ ਕਾਰਪੋਰੇਸ਼ਨ ਤੋਂ ਲੈਂਦੇ ਆ,
ਤੇ ਥੱਲੇ ਕਿਸੇ ਨੂੰ ਕੀ ਸੁਪਨਾ ਆ ਜਾਂਦਾ ਕਾਰਪੋਰੇਸ਼ਨ ਵਾਲਿਆਂ ਨੂੰ। ਜਦੋਂ ਮੈਂ ਕਿਹਾ ਜੀ, ਉਹ ਕਹਿੰਦੇ ਜੀ ਸਾਡੀ ਜ਼ਿੰਮੇਵਾਰੀ ਕਿੱਥੋਂ ਆ। ਸਾਨੂੰ ਜਦੋਂ ਇਹ ਥੱਲੇ ਉਹ ਆਪਣੇ ਸੁਰਾਖ ਕਰਦੇ ਆ ਤਾਰਾਂ ਪਾਉਣ ਲਈ, ਇਹ ਜਿਹੜੇ ਕੇਬਲ ਵਾਲੇ ਤੇ ਟੈਲੀਫੋਨ ਕੇਬਲ ਵਾਲੇ, ਉਹ ਥੱਲੇੋਂ ਕਿਸੇ ਨਾ ਕਿਸੇ ਪਾਈਪ 'ਚ ਮੋਰੀ ਕਰ ਦਿੰਦੇ ਆ। ਕਿਉਂਕਿ ਇਹ ਸਟਰਕਚਰ ਜਿਹੜਾ ਢਾਂਚਾ ਹੈ ਅੱਜ ਤਾਂ ਨਹੀਂ ਬਣਿਆ, 56 ਸਾਲ 60 ਸਾਲ ਦਾ, ਉਹ ਪਾਈਪ 'ਚ ਹੌਲੀ 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 ਸੁਰਾਖ ਹੋ ਕੇ ਪਤਾ, ਕਿਉਂਕਿ ਜਾਦੂ ਤਾਂ ਹੈ ਨਹੀਂ ਕਿਸੇ ਨੂੰ ਪਤਾ ਲੱਗ ਜੇ। ਉਹਨਾਂ ਦੀ ਜ਼ਿੰਮੇਵਾਰੀ ਵੀ ਜਿਹੜੇ ਉਹਨਾਂ ਨੇ ਪਾਈਪਾਂ 'ਚ ਮੋਰੀ ਕੀਤੀ ਆ ਥੱਲੇ, ਉਹ ਹੌਲੀ ਹੌਲੀ ਜਿਹੜੀ ਮਿੱਟੀ ਆ ਉਹਨਾਂ ਧੱਸਦੀ ਜਾਂਦੀ ਆ ਤੇ ਆਪ ਕਿਸੇ ਦਿਨ ਜਦੋਂ ਮੀਂਹ ਉੱਤੋਂ ਪੈਂਦਾ ਉਹ ਪੋਲੀ ਹੋ ਕੇ ਡਿੱਗ ਜਾਂਦੀ ਆ। ਕੇਬਲ ਉਹਨਾਂ ਵਾਲੀ ਵੀ ਇਸ ਇਨਕੁਆਇਰੀ 'ਚ ਉਹਨਾਂ ਦੇ ਆਫੀਸਰ ਤੇ ਵੀ FIR ਦਰਜ ਹੋਏਗੀ। ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈ ਉਹਨਾਂ ਤੇ ਵੀ FIR ਦਰਜ ਹੋਏਗੀ, ਜਿਹੜੀਆਂ ਤਾਰਾਂ ਵਿਛਾਉਂਦੇ ਆ ਤੇ ਜਿਹੜੇ ਇਹਨਾਂ ਨੂੰ ਪਰਮਿਸ਼ਨ ਦਿੰਦੇ ਆ ਉਹਨਾਂ ਤੇ ਵੀ। ਤੇ ਬਹੁਤ ਵੱਡੀ ਇੱਕ ਜਿਹੜੀ ਮੈਂ ਸਮਝਦਾ ਥੱਕ ਗਏ ਆ ਲੋਕ ਵਿਚਾਰੇ ਕਿਹਦੇ ਸਿਰ ਤੇ ਨੇ। ਜੇ ਐਡਮਿਨਿਸਟ੍ਰੇਸ਼ਨ ਅਫਸਰ ਕਹੇ ਮੇਰੀ ਜ਼ਿੰਮੇਵਾਰੀ ਨਹੀਂ, ਪੋਲੀਟੀਕਲ ਬੰਦਾ ਕਹੇ ਮੇਰੀ ਜ਼ਿੰਮੇਵਾਰੀ ਨਹੀਂ, ਫਿਰ ਹੈ ਕਿਹਦੀ ਜ਼ਿੰਮੇਵਾਰੀ ਜੀ? ਇਹਦਾ ਨਿਪਟੇਰਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਮੈਨੂੰ ਯਾਦ ਆ ਰਿਹਾ ਹੈ, ਚਲੋ ਸਮਾਰਟ ਸਿਟੀ 'ਚ ਤਾਂ ਨਹੀਂ ਗਾ ਏਰੀਆ। ਬਿੱਟੂ ਜੀ ਯਾਦ ਆ ਰਿਹਾ 2 ਸਾਲ ਪਹਿਲੇ ਕੋਗੀ ਦੇ ਏਰੀਆ ਇਹ ਹੋਟਲ ਦੇ ਬਾਹਰ, ਇਹ ਹੋਟਲ ਦੇ ਹਾਂ ਬਿਲਕੁਲ ਠੀਕ ਕਹਿੰਦੇ ਹੋ ਤੁਸੀਂ। ਉਦੋਂ ਵੀ ਇਹੀ ਗੱਲਾਂ ਕੀਤੀ, ਇਹਦੀ ਫਲਾਣੇ ਦੇ FIR, ਕਿਸੇ ਦੇ FIR ਨਹੀਂ ਹੋਈ। ਨਹੀਂ, ਕਦੇ ਗੱਲ ਨਹੀਂ ਕੀਤੀ ਕਿਸੇ ਨੇ, ਕभी कई FIR की आज तक गल नहीं की, कभी मैंबर पार्लियामेंट ने आके बात नहीं की कदे की। नहीं मैं ਲੇਕਿਨ ਪ੍ਰੋਬਲਮ ਉੱਥੇ ਹੀ ਹੈ ਲੁਧਿਆਣੇ ਦੀਆਂ ਇੱਕ ਦੂਜੇ ਦੇ ਸਾਲ ਦੇ ਵਿੱਚ ਇੱਕੋ ਹੀ ਸੜਕ ਦੀਪਨਗਰ ਦੀ ਧੱਸ ਚੁੱਕੀ ਹੈ। ਇੱਕੋ ਜਿੱਥੇ ਮੇਅਰ ਸਾਹਿਬ ਦਾ ਪੁਰਾਣਾ ਘਰ ਵੀ ਸੀਗਾ। ਕੀ ਲੱਗਦਾ ਹੈ ਕਿ ਕੌਂਸਲਰ, ਕਾਰਪੋਰੇਸ਼ਨ ਸਾਰੇ ਹੀ ਚਲੋ ਇਹ ਤਾਂ ਨਹੀਂ ਗੱਲ ਕਹਿ ਸਕਦੇ ਵੀ ਜੇ ਮੇਅਰ ਸਾਹਿਬ ਦਾ ਜਾਂ MP ਦਾ ਘਰ ਆ ਉੱਥੇ ਕੋਈ ਸਪੈਸ਼ਲ ਕੰਮ, ਸਾਰੇ ਹੀ ਇੱਕ ਸਾਡੇ ਲਈ ਤਾਂ ਸਾਰੇ ਹੀ ਮੇਅਰ ਨੇ ਸਾਡੇ ਲਈ ਸਾਰੇ। ਪਰ ਮੈਂ ਇਹ ਗੱਲ ਜਿਹੜੀ ਤੁਸੀਂ ਕੀਤੀ ਆ ਇਹ ਬਹੁਤ ਵਧੀਆ, ਮਤਲਬ ਇਹ ਤੁਸੀਂ ਕੁਐਸਚਨ ਰੇਜ਼ ਕੀਤਾ ਹੈ, ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਗੱਲ ਲੁਧਿਆਣੇ ਵਰਗੇ ਸ਼ਹਿਰ 'ਚ ਵੀ ਅਸੀਂ ਗੱਡੀਆਂ ਲੈ ਕੇ ਜਾਈਏ ਤਾਂ ਪਤਾ ਨਾ ਲੱਗੇ ਕਰ ਥੱਲੇ ਚਲੇ ਜਾਈਏ। ਇਹ ਤਾਂ ਸ਼ੁਕਰ ਕਰੋ ਜੇ ਰੱਬ ਨਾ ਜੇ ਕੋਈ ਇਨਸੀਡੈਂਸ ਹੋ ਜਾਂਦਾ, ਜੇ ਕੋਈ ਮਿਸਹੈਪਨਿੰਗ ਹੋ ਜਾਂਦੀ, ਫਿਰ ਅਸੀਂ ਮੂੰਹ ਦਿਵਾਉਣ ਜੋਗੇ ਸੀਗੇ ਕੋਈ? ਅਸੀਂ ਕਰੋੜਾਂ ਰੁਪਏ ਦੀਆਂ ਸੜਕਾਂ ਪ੍ਰੀਮਿਕਸ ਪਾ ਰਹੇ ਹਾਂ ਉੱਤੇ। ਅੱਜ ਮੈਂ ਮੰਨਦਾ ਇੱਥੇ ਜਿਹੜਾ ਸੀਵਰੇਜ ਦੀ ਬਹੁਤ ਚਿਰ ਦੀ ਪ੍ਰੋਬਲਮ ਸੀ, ਸਾਡੇ ਕਾਉਂਸਲਰ ਨੂੰ ਮੈਂ ਇਸ ਗੱਲ ਦਾ ਤੇ MLA ਸਾਹਿਬ ਜਿਹੜੇ ਇਸ ਏਰੀਏ ਦੇ ਨੇ ਉਹਨਾਂ ਨੇ ਇਹ ਵੱਡਾ ਸੀਵਰੇਜ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਕੰਮ ਚੱਲ ਰਿਹਾ। ਪਰ ਠੇਕੇਦਾਰ ਜਿਹਨੇ ਕਿਹਾ ਸੀ ਦੀਵਾਲੀ ਤੋਂ ਪਹਿਲਾਂ ਮੈਂ ਪੂਰਾ ਕਰ ਦੂੰਗਾ, 2-2 3-3 ਬੰਦੇ ਲਾ ਕੇ ਉਹਨੇ ਇੱਥੇ ਲੋਕਾਂ ਦੀ ਬੱਸ ਕਰਾਈ ਪਈ ਆ। ਦੇਖੋ ਲੋਕ ਕਿਵੇਂ ਧੂੜ 'ਚ, ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਉਹ ਫੇਲ ਹੋਈਆਂ ਪਈਆਂ। ਕਾਉਂਸਲਰ ਵਿਚਾਰੇ ਅੱਜ ਮੇਰੇ ਕੋਲ ਆਏ, ਉਹ ਕਹਿੰਦੇ ਜੀ ਸਾਨੂੰ ਜ਼ਿੰਮੇਵਾਰੀ ਇਹ ਦਿੱਤੀ ਗਈ ਵੀ ਇਹ ਕੰਮ ਆ ਜਿਹੜਾ ਇਹ ਅੱਜ ਕਿਉਂ ਉਠਾਇਆ ਗਿਆ ਕਿ ਇਲੈਕਸ਼ਨ ਨੇੜੇ ਤਦ ਕਰਕੇ ਲੋਕੀ ਸਵਾਲ ਯਾਰ ਇਲੈਕਸ਼ਨ ਹੁਣ ਆ ਸੜਕਾਂ ਜਿਹੜੀਆਂ 2 ਡਿੱਗੀਆਂ ਇਲੈਕਸ਼ਨ ਨੇੜੇ ਕਰਕੇ, ਆ ਜਿਹੜੀਆਂ ਸੜਕਾਂ ਧੱਸ ਗਈਆਂ ਇਲੈਕਸ਼ਨ ਨੇੜੇ ਕਰਕੇ ਧੱਸ ਗਈਆਂ। ਨਾਲੇ ਮੇਰੀ ਤਾਂ ਕੋਈ ਇਲੈਕਸ਼ਨ ਨਹੀਂ ਗਈ, ਮੇਰੀ ਇਲੈਕਸ਼ਨ 24 ਚ ਆ ਯਾਰ। ਨਹੀਂ ਤੁਹਾਡੀ ਤਾਂ ਨਹੀਂ, ਲੇਕਿਨ ਦੂਜੀ ਆਪਣਾ ਇੱਕ ਇਲੈਕਸ਼ਨ ਤਾਂ ਕੋਈ ਹੁਣ ਤੁਸੀਂ ਕਹੋਗੇ ਕੱਲ ਨੂੰ ਕਿਉਂ ਕਾਰਪੋਰੇਸ਼ਨ ਦੀ ਇਲੈਕਸ਼ਨ ਆ, ਉਦੋਂ ਬਾਅਦ ਕਹੋਗੇ MLA। ਇਲੈਕਸ਼ਨਾਂ ਨੂੰ ਕਿਉਂ ਜੋੜਦੇ ਹੋ ਹਰ ਚੀਜ਼ ਨਾਲ ਯਾਰ? FIR ਹੋਏਗੀ ਹੁਣ ਕਿ ਹਾਲੇ ਸਿਰਫ ਹੁਣ ਮੈਂ ਤੁਹਾਡੇ ਮੂਹਰੇ ਹੁਣ ਇਹ ਤਾਂ ਤੁਸੀਂ ਕਮਿਸ਼ਨਰ ਸਾਹਿਬ ਨੂੰ ਇਹਨੂੰ ਕੋਈ ਸਟੰਟ ਨਾ ਸਮਝਿਆ ਜਾਵੇ। ਮੈਂ ਕਿਹਾ ਰਿਟਰਨ ਨਹੀਂ, ਮੈਂ ਹੁਣੀ ਇਦੋਂ ਬਾਅਦ ਸਿੱਧੀ ਮੈਂ CP ਦੇ ਜਿੱਥੇ ਵੀ CP ਸਾਹਿਬ ਬੈਠੇ ਨੇ ਉਹਨਾਂ ਕੋਲ ਚੱਲੇ ਆ। ਇਲਾਕਾ MLA ਕਿੰਨੇ ਦਿਨ ਦਾ ਟਾਈਮ ਦਿੰਦੇ ਹੋ ਜੀ? ਕਿੰਨੇ ਦਿਨ ਮੈਂ ਇਲਾਕਾ MLA ਤੇ ਵੀ ਹੋਏਗੀ। ਇਲਾਕਾ MLA ਸਾਹਿਬ ਜਿਹੜਾ ਹੈ ਉਹ ਤਾਂ ਇਹ ਪ੍ਰੋਜੈਕਟ ਆ ਜਿਹੜਾ ਉਹ ਤਾਂ ਲੈ ਕੇ ਆਏ ਨੇ, ਉਹਨਾਂ ਵਿਚਾਰੇ ਇਦਣ ਦਾ ਗੰਦ ਕੱਢਣ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਨੂੰ ਕਿਵੇਂ ਵਿੱਚ ਗੱਲ ਗਿਣ ਲਈਏ? ਅਫਸਰਾਂ ਦੀ ਨਲਾਇਕੀ ਨਾਲੇ ਕਹਿੰਦੇ ਨਹੀਂ ਅਫਸਰ ਕੱਲਿਆਂ ਨੂੰ ਨਹੀਂ, ਮੈਂ ਤਾਂ ਆਪ ਤੇ ਮੰਨਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਪ੍ਰੋਜੈਕਟ ਸਹੀ ਤਰ੍ਹਾਂ ਚੱਲ ਰਿਹਾ। ਨਹੀਂ ਆਪਾਂ ਹੁਣ MLA ਨੂੰ ਕਿਉਂ ਵਿੱਚ ਪਾਉਣਾ ਚਾਹੁੰਦੇ ਹੋ? ਜਦੋਂ ਮੈਂਬਰ ਪਾਰਲੀਮੈਂਟ ਕਹਿ ਰਿਹਾ ਏ ਆਪਾਂ MLA ਨੂੰ ਜ਼ਰੂਰ ਵਿੱਚ ਪਾਉਣਾ ਏ। ਇਹ ਅਸੀਂ ਨਹੀਂ ਕਹਿ ਰਹੇ, ਤੁਸੀਂ ਆਪ ਕਹਿ ਰਹੇ ਹੋ ਕਿ ਜ਼ਿੰਮੇਵਾਰੀ ਨਹੀਂ ਮੈਂ ਹੁਣ ਜਦੋਂ MLA ਵੀ ਥੱਲੇ MP ਦੇ ਸਾਰਾ ਕੁਝ, ਜਦੋਂ ਮੈਂ ਆਪਣੇ ਆਪ ਤੇ ਕਹਿ ਰਿਹਾ ਵੀ ਮੇਰੇ ਤੇ ਪਰਚਾ ਸਭ ਤੋਂ ਪਹਿਲਾਂ ਇਹ ਦਰਜ ਕਰੋ ਵੀ ਇਹ ਗਲਤ ਅਫਸਰ ਕੌਣ ਲਾਉਂਦਾ ਏ, ਕੌਣ ਠੇਕੇਦਾਰ ਇਹ ਗਲਤ ਲੈ ਕੇ ਆਉਂਦਾ ਏ, ਉਹ ਸਾਰਾ ਫਿਰ ਉਦੋਂ ਬਾਅਦ ਇਹ ਪਤਾ ਲੱਗੂ ਵੀ ਕਿਹੜੇ ਮਹਿਕਮੇ ਦੀ ਜ਼ਿੰਮੇਵਾਰੀ ਆ। ਹਜੇ ਤਾਂ ਆਪਾਂ ਕਾਰਪੋਰੇਸ਼ਨ ਵਾਲੇ ਤਾਂ ਇਹ ਕਹਿ ਰਹੇ ਆ ਵੀ ਜੀ ਸਾਡਾ ਕਸੂਰ ਨਹੀਂ, ਇਹ ਜਿਹੜੇ ਥੱਲੇੋਂ ਸਰਾਖਾਂ ਕਰਦੇ ਆ, ਜਿਹੜੇ ਇਹ ਕੇਬਲ ਮਾਫੀਆ ਏ ਜਾਂ ਜਿਹੜਾ ਇਹ ਥੱਲੇ ਜਿਹੜੇ ਟੈਲੀਫੋਨਾਂ ਵਾਲੇ ਨੇ ਉਹ ਥੱਲੇ ਮੋਰੀਆਂ ਕੱਢ ਇਹ ਸਾਡੇ ਪਾਈਪ ਖਰਾਬ ਕਰਦੇ ਆ ਤੇ ਅਸੀਂ ਬਣਾਉਂਦੇ ਰਹਿ ਜਾਂਦੇ ਆ, ਉਹ ਥੱਲੇੋਂ ਖੋਰਾ ਲੱਗ ਜਾਂਦਾ। ਹੁਣ ਪਤਾ ਲੱਗੂ ਇਹ ਚ। ਪਰਮਿਸ਼ਨ ਤਾਂ ਸਰਕਾਰ ਹੀ ਦਿੰਦੀ ਨਾ। ਤੁਸੀਂ ਖੁਦ ਕੰਪਲੇਂਟ ਦਿਓ ਤੇ ਤੁਹਾਡੇ ਉੱਤੇ FIR ਖੁਦ ਦੇ ਉੱਤੇ ਹੋ ਜਾਵੇ, ਕੀ ਇਹ ਤੁਹਾਨੂੰ ਲੱਗਦਾ ਕਿ ਪੋਸੀਬਲ ਹੈਗਾ ਇਹ ਸਾਰਾ ਪ੍ਰੋਸੀਜਰ? ਚਲੋ FIR ਅੱਗੇ ਕਿਹੜਾ ਮੇਰੇ ਤੇ ਹੋਈਆਂ ਨਹੀਂ ਗਈਆਂ, ਅੱਗੇ ਵੀ ਜਦੋਂ ਅਸੀਂ ਕੋਈ ਐਜੀਟੇਸ਼ਨ ਕਰਨ ਜਾਂਦੇ ਆ ਉਹ ਆਪਣੀ ਮਰਜ਼ੀ ਨਾਲ ਹੀ ਜਾਂਦੇ ਹੁੰਦੇ ਆ ਨਾ, ਕੋਈ ਜ਼ਬਰਦਸਤੀ ਸਾਨੂੰ ਲੈ ਕੇ ਨਹੀਂ ਜਾਂਦਾ। ਤੇ ਆਪਣੀ ਮਰਜ਼ੀ ਸਾਨੂੰ ਪਤਾ ਹੀ ਹੁੰਦਾ ਵੀ FIR ਸਾਡੇ ਤੇ ਦਰਜ ਹੋਣੀ ਆ, ਤੇ ਉਹ ਕੋਈ ਬੜੀ ਗੱਲ ਨਹੀਂ। ਕੀ ਹੋ ਜਾਊਗਾ ਫਿਰ? FIR ਦਰਜ ਹੋ ਜਾਊਗੀ, ਦੱਸੋ ਮੈਨੂੰ। ਜੇ FIR ਦਰਜ ਹੋ ਜਾਏਗੀ ਮੈਂ ਤਾਂ ਆਪ ਕਹਿੰਦਾ ਕੀ ਹੋ ਜਾਊ ਉਹਦੇ ਨਾਲ, ਜੇ ਇਸੇ ਗੱਲ ਨਾਲ ਸੁਧਾਰ ਆਉਂਦਾ ਏ। ਪਰ ਮੈਂ ਇਹ ਕਿਉਂ ਕਹਿ ਰਿਹਾ, ਮੈਂ ਕਿਸੇ ਸਿਪਾਹੀ ਨੂੰ ਨਹੀਂ ਕਿਸੇ ਨੂੰ ਕਹਿ ਰਿਹਾ ਵੀ ਪਹਿਲਾਂ ਇਹਨੂੰ ਟੰਗੋ ਜੀ, ਪਹਿਲਾਂ ਇੱਕ ਮੁਲਾਜ਼ਮ ਨੂੰ ਟੰਗੋ, ਕਿਉਂਕਿ ਅਸੀਂ ਕਿਉਂ ਨਾ ਜ਼ਿੰਮੇਵਾਰ ਹੋਈਏ ਜੀ ਇਹਦੇ ਨਾਲ। ਇੱਕ ਗੱਲ ਹੋਰ,
ਮੈਂ ਕਮਿਸ਼ਨਰ ਸਾਹਿਬ ਨੂੰ ਮੈਂ ਪਹਿਲਾਂ ਵੀ ਮੀਟਿੰਗ 'ਚ ਕਿਹਾ ਸੀ, ਮੈਂ ਹੁਣ ਵੀ ਮੇਅਰ ਸਾਹਿਬ ਨੂੰ ਕਹਿ ਕੇ ਆਇਆ, ਜੇ ਤੁਸੀਂ ਆ ਜਿਹੜੇ ਇੱਥੇ ਨਹੀਂ, ਜੇ ਸਾਰੇ ਲੁਧਿਆਣੇ 'ਚ ਕਿੰਨੇ ਬੋਰਡ ਲੱਗੇ ਆ ਕਾਰਪੋਰੇਸ਼ਨ ਦੇ ਜੀ, ਅਸੀਂ ਆਪਣੀਆਂ ਫੋਟੋਆਂ ਤਾਂ ਬੜੀਆਂ ਬੜੀਆਂ ਉਹ ਤੇ ਲਵਾ ਲੈਂਦੇ ਆ ਜਿੱਦਣ ਸਾਡਾ ਜੀ ਕਰਦਾ, ਉਹ ਤੇ ਕਿਉਂ ਨਹੀਂ ਜ਼ੋਨਲ ਕਮਿਸ਼ਨਰ ਦੇ ਜਲਦੀ ਤੋਂ ਜਲਦੀ ਜ਼ੋਨਲ ਕਮਿਸ਼ਨਰ ਦੇ ਨੰਬਰ, ਉੱਥੇ ਦੇ ਐਕਸੀਅਨ ਐਸਸੀ ਦੇ ਨੰਬਰ, ਤੇ ਜਿੱਥੇ ਵੀ ਗੜਬੜ ਹੁੰਦੀ ਆ, ਮੈਂ ਸਖਤੀ ਨਾਲ ਕਹਿਣਾ ਚਾਹੁੰਦਾ, ਜਲਦੀ ਤੋਂ ਜਲਦੀ ਉਹਨਾਂ ਦੇ ਨੰਬਰ ਉਰੇ ਲਿਖੋ। ਉਹਨਾਂ ਨੂੰ ਮੈਂ ਨਹੀਂ ਕਹਿੰਦਾ ਉਹਨਾਂ ਨੇ ਟੈਲੀਫੋਨ, ਉਹਨਾਂ ਤੇ WhatsApp ਇੱਕਦਮ ਵੀਡੀਓ ਪਾਓ। ਜੇ ਕੋਈ ਇੰਸਪੈਕਟਰ, ਜੇ ਕੋਈ ਆਫੀਸਰ, ਜੇ ਕੋਈ ਠੇਕੇਦਾਰ ਕੰਮ ਨਹੀਂ ਕਰਦਾ, ਉਹਦੀ 1 ਸੈਕਿੰਡ 'ਚ ਵੀਡੀਓ ਬਣਾ ਕੇ ਲੁਧਿਆਣੇ ਵਾਲੇ ਉਹ ਜ਼ੋਨਲ ਕਮਿਸ਼ਨਰ ਦੇ, ਉਹ ਐਸਸੀ ਦੇ ਭੇਜਣ। ਇਹ ਸਾਰੇ ਨੰਬਰ ਜਿਹੜੇ ਬੋਰਡਾਂ ਤੇ ਆਉਣ ਵਾਲੇ ਦਿਨਾਂ 'ਚ ਇਹ ਲੱਗਣਗੇ, ਤੇ ਵੀਡੀਓ 1 ਸੈਕਿੰਡ 'ਚ ਬਣ ਸਕਦੀ ਆ। ਇੱਕ ਵੀਡੀਓ ਪਾਓ ਉਹਦੀ, ਉਦੋਂ ਬਾਅਦ ਇੱਕਦਮ ਮੀਡੀਆ ਵਾਲੇ ਆ ਜਾਣਗੇ, ਇੱਕਦਮ ਉਹਦੀ ਚੈਕਿੰਗ ਹੋ ਜਾਏਗੀ ਵੀ ਇਹ ਗੱਲ ਕਿੰਨੀ ਕੁ ਸੱਚੀ ਆ। ਪਰ ਲੋਕਾਂ ਨੂੰ ਵੀ ਇੱਕਦਮ ਇਸ ਗੱਲ ਨਾਲ ਅਵੇਅਰ ਹੋਣਾ ਪੈਣਾ। ਨੰਬਰ ਅਸੀਂ ਦੇਵਾਂਗੇ, ਜ਼ੋਨਲ ਕਮਿਸ਼ਨਰ ਦੇ, ਐਸਸੀ ਦੇ, ਹੋਰਾਂ ਦੇ ਬੋਰਡ ਲੱਗਣ, ਤੇ WhatsApp ਨੰਬਰ ਤੇ ਉਹਨਾਂ ਦੇ ਇੱਕਦਮ ਵੀਡੀਓ ਭੇਜਣ ਵੀ ਆ ਗੜਬੜ ਇੱਥੇ ਹੋ ਰਹੀ ਆ, ਜਾਂ ਆ ਅਸ਼ੰਕਾ ਹੈ ਗੜਬੜ ਹੋਣ ਦੀ। ਇਹ ਕੰਮ ਤਾਂ ਪਾਰਦਰਸ਼ੀ ਨਾਲ ਚਲਾਉਣਾ ਪੈਣਾ। ਮੈਂ ਸੱਚੀ ਗੱਲ ਦੱਸਾਂ, ਅੱਜ ਤੱਕ ਆ ਲਗਾਤਾਰ ਇੱਕ ਦਾ ਹਾਦਸਾ ਜਦੋਂ ਬਹੁਤ ਵੱਡਾ ਮੀਂਹ ਹੋ ਜੇ ਉਹ ਹੋ ਜਾਂਦਾ ਸੀ। ਮੈਂ ਮੰਨਦਾ ਵੀ ਬਾਰਿਸ਼ ਇੰਨੀ ਜ਼ਿਆਦਾ, ਕਈ ਵਾਰ ਕੰਟਰੋਲ ਤੋਂ ਵੱਧ ਸੀਵਰੇਜ 'ਚ ਕੋਈ ਲਿਫਾਫਾ ਹੋ ਜਾਂਦਾ, ਪਾਣੀ ਜਾਮ ਹੋ ਜਾਂਦਾ, ਇਹ ਤਾਂ ਯਾਰ ਕੁਝ ਵੀ ਨਹੀਂ, ਇਹ ਤਾਂ ਸਿੱਧੀਆਂ ਸੜਕਾਂ ਧੱਸੀਆਂ ਜਾ ਰਹੀਆਂ, ਇਹ ਨਹੀਂ ਬਰਦਾਸ਼ਤ ਹੁਣ ਹੋ ਕੀਤੀ। ਜੀ ਹੁਣ ਜਾਂਚ ਦੀ ਮੰਗ ਤੁਸੀਂ ਕਰਦੇ ਹੋ, ਕਿੰਨੀ ਦੇਰ ਦੀ ਜਾਂਚ ਦੀ ਮੰਗ ਕਰਦੇ, ਕਿੰਨੀ ਦੇਰ 'ਚ ਕੰਪਲੀਟ ਹੋ ਜਾਏਗਾ? ਉਹਨਾਂ ਤੇ ਜਿਹੜੀ ਹੈਗੀ ਆ ਤੇ ਆਪਣੇ ਵੱਡਾ ਉਹਨਾਂ ਵੱਲੋਂ ਅਣਗਹਿਲੀ ਕੀਤੀ ਜਾ ਰਹੀ ਹੈ। ਨਹੀਂ, ਇਹ ਤਾਂ ਹੁਣ ਸਾਹਮਣੇ ਹੀ ਆ ਗਈ ਗੱਲ। ਮੈਨੂੰ ਇਹ ਦੱਸੋ, ਇਸ ਨੂੰ ਅਣਗਹਿਲੀ ਤਾਂ ਇਹ ਕੱਢਣੀ ਆ ਨਾ। ਇਹ ਅੱਗੇ ਐਂ ਕੰਮ ਸਰ ਜਾਂਦਾ ਏ ਵੀ ਅਖਬਾਰਾਂ 'ਚ ਖਬਰ ਦੇ ਦਿਓ, ਇੱਕ ਚਿੱਠੀ ਲਿਖ ਦਿਓ, ਇਹ ਕੰਮ ਨਹੀਂ ਚੱਲਣਾ ਹੁਣ। ਇਹ ਅਣਗਹਿਲੀ ਕਿਹਦੀ ਆ? ਜੇ ਮੇਰੀ ਆ, ਮੈਂ ਠੇਕੇਦਾਰ, ਮੈਂ ਕਿਸੇ ਨੂੰ ਠੇਕਾ ਦਵਾਇਆ, ਪਤਾ ਲੱਗੇ ਵੀ ਇਹ ਠੇਕੇਦਾਰ ਕੌਣ ਆ। ਜੇ ਮੈਂ ਠੇਕਾ ਦਵਾਇਆ ਤਾਂ ਮੇਰੀ ਗੱਲ ਸਾਹਮਣੇ ਆਵੇ ਵੀ ਬਿੱਟੂ ਨੇ ਠੇਕਾ ਦਵਾਇਆ ਇਸ ਬੰਦੇ ਨੂੰ, ਤਾਂ ਉਹ ਚੰਗਾ ਕੰਮ ਨਹੀਂ ਕਰ ਰਿਹਾ, ਤਾਂ ਉਹ ਇੱਥੇ ਬੰਦੇ ਨਹੀਂ। ਮੈਂ ਅੱਜ ਪੁੱਛਿਆ ਕੌਂਸਲ ਨੂੰ, ਕਹਿੰਦਾ ਜੀ ਮੈਂ ਤੰਗ ਆ ਗਿਆ, 2 ਜਾਂ 3 ਬੰਦੇ ਠੇਕੇਦਾਰ ਲਾ ਕੇ ਕੰਮ ਚਲਾ ਰਹੇ ਆ। ਇਸ ਹਿਸਾਬ ਨਾਲ ਤਾਂ ਕਹਿੰਦਾ ਜਦ ਤਾਈਂ ਸਰਦੀ ਆ ਜਾਊਗੀ, ਸਰਦੀ 'ਚ ਜਿਹੜਾ ਲੁੱਕ ਪਲਾਂਟ ਬੰਦ ਹੋ ਜਾਊਗਾ, ਉਦੋਂ ਬਾਅਦ ਫਿਰ ਕੰਮ ਕੌਣ ਕਰੂਗਾ? ਤੁਸੀਂ ਸਮਾਂ ਕਿੰਨਾ ਦਿੰਦੇ ਹੋ, ਟਾਈਮ ਕਿੰਨਾ ਦਿੰਦੇ ਹੋ ਅਗਰ ਕਾਰਵਾਈ ਨਹੀਂ ਨਹੀਂ, ਸਮਾਂ ਤਾਂ ਸਾਡੇ ਕੋਲ ਵੋਟਾਂ ਜਿਹੜੀਆਂ ਕੋਡ ਲੱਗਣ ਨੂੰ 1 ਮਹੀਨਾ ਰਹਿ ਗਿਆ, ਉਦੋਂ ਪਹਿਲਾਂ ਤੇ ਇਹ ਜੇ ਨਹੀਂ ਹੋਊਗਾ ਤੇ ਫਿਰ ਤਾਂ ਮੈਂ ਸਮਝਦਾ ਲਾਰਿਆਂ ਵਾਲੀ ਗੱਲ ਹੀ ਆ। बिट्टू जी एक और गल है थोड़े हिंदी में, टाइटलर को बनाया गया है, उसको लेके बड़ा प्रोटेस्ट चल रहा है, आपका क्या कहना है कि टाइटलर को बनाना कि इस टाइम जो इलेक्शन सिर पे है? ਗੱਲ ਸੁਣ ਲਓ ਜੀ, हिंदी आप एक बात समझिए, जो पंजाब या पंजाबी कोई भी हो, हिंदू सिख मुस्लिम, जो सेंटीमेंट है वो हमें सबको पता है। क्या सेंटीमेंट है? जिन्होंने नहीं 84 में उनके खिलाफ केस चल रहे हैं, चाहे वो कोई बीजेपी वाला था चाहे कांग्रेस वाला था, उसके ऊपर केस चल रहे हैं। इसलिए बहुत ही ये और स्टेट के लिए कोई और हो सकती है बात, लेकिन हमें ये बहुत हमेशा, आप याद होगा इन दोनों को टिकट दी गई थी आज से 2009 में, मेरे ख्याल से इनको टिकट पार्लियामेंट की, तो कांग्रेस पार्टी ने यही आक्रोश उठा था और कांग्रेस पार्टी ने टिकट विड्रॉ की थी इनकी भी नहीं आज कैसे दिया गया? तो ये भी एक कुछ भी नहीं दिया हुआ ना, कोई इनको कांग्रेस पार्टी कभी कुछ देगी। जो वो एक कोई लिस्ट आई है जो पता नहीं पुरानी उठा के कहीं से स्थाई मेंबर, वो दिल्ली कमेटी में, नहीं स्थाई मेंबर वो होता है, आपको पता ही है वो क्या होता है, कुछ भी नहीं होता वो। इसलिए बिल्कुल 100 हम भी विरोध करने वाले हैं, हम भी उनमें से हैं जो विरोध करेंगे, और इसके बारे में हाईकमांड को जानू भी करवाएंगे भी ये किस लिए करना है। इतना पुराना आपका बार-बार तो यार ये हाईकमांड तक नहीं है, ये एक दिल्ली की कमेटी है, एक स्थायी मेंबर जैसे जनरल सेक्रेटरी बनते हैं, वाइस प्रेसिडेंट बनते हैं, सेक्रेटरी बनते हैं, वो नीचे कोई एक स्थायी मेंबर भी, जहाँ जो एक्स MP रहे होते हैं, एक्स मिनिस्टर रहे होते हैं, उनको बीच में डाल देते हैं। लेकिन इस चीज का भी बहुत बड़ा विरोध है और ये चीज दिल्ली को जानू करा भी दी गई है। ਉਹ ਜਾਓ ਬੇਅਦਬੀ ਵਾਲਿਓ, ਅਕਾਲੀ ਦਲ ਵਾਲੇ ਕੀ ਗੱਲ ਕਰਨਗੇ ਸਾਡੇ ਨਾਲ? ਗੁਰੂ ਦੀ ਬੇਅਦਬੀ ਕਰਨ ਵਾਲੇ ਇਹ ਹੈ ਕਿਸੇ ਗੱਲ ਕਰਨ ਜੋਗੇ? ਨਵਾਂ ਭਾਜਪਾ ਵੱਲੋਂ ਨਵਾਂ ਪੰਜਾਬ ਦਾ ਨਾਰਾ ਦਿੱਤਾ ਗਿਆ, ਕੀ ਕਹਿੰਦੇ ਨਵਾਂ ਪੰਜਾਬ ਯਾਰ ਕਿਹੜੀ ਭਾਜਪਾ? ਕਿਉਂ ਮਜ਼ਾਕ ਉਡਵਾਉਂਦੇ ਹੋ ਭਾਜਪਾ ਦਾ? ਪੁੱਛ ਉਹ ਦੇਖਿਆ ਹੀ ਆ ਨਾ, ਉਹ ਮਨਾਕਸ਼ੀ ਲੇਖੀ ਜੀ ਆਏ, ਕਿੱਥੋਂ ਆਏ? ਪੁਰੀ ਸਾਹਿਬ ਆਏ। ਚੰਡੀਗੜ੍ਹ ਤੋਂ ਬਾਹਰ ਤਾਂ ਨਿਕਲੋ ਯਾਰੋ, ਚੰਡੀਗੜ੍ਹ ਬਾਹਰ ਉਹ ਜਿੱਥੇ ਪਤਾ ਲੱਗਿਆ ਹੈਲੀਪੈਡ ਪੰਜਾਬ 'ਚ ਕਿਤੇ ਆ, ਯੂਨੀਵਰਸਿਟੀ 'ਚ, ਉਹ ਹੈਲੀਪੈਡ ਹੀ ਪੱਟ ਤੇ। ਇਸ ਕਰਕੇ ਛੱਡੋ, ਕਿਉਂ ਬੀਜੇਪੀ ਵਾਲਿਆਂ ਨੇ ਇੱਕ आपको लगता है कि आसान है 2022
जिस तरह से आपके अंदर चल रहा है ਦੇਖੋ काटो ਦੇਖੋ ਕਾਟੋ ਨਹੀਂ, ਕਲੇਸ਼ ਨਹੀਂ, ਉੱਥੇ ਤਾਂ ਕਾਟੋ ਹੀ ਹੈ ਨਹੀਂ, ਕਿ ਕਲੇਸ਼ ਤਾਂ ਤਦ ਪਊਗਾ ਜੇ ਚਿਹਰਾ ਹੋਊਗਾ, ਉੱਥੇ ਤਾਂ ਕੋਈ ਚਿਹਰਾ ਹੀ ਹੈ ਨਹੀਂਗਾ। ਹੁਣ ਕੇਜਰੀਵਾਲ ਆਪ ਫਿਰਦਾ ਏ, कांग्रेस की ਕਾਂਗਰਸ ਤਾਂ ਚੰਨੀ ਚਿਹਰਾ ਏ, ਚੰਨੀ ਹੁਣ नवजोत सिंह सिद्धू अभी भी कभी ना कोई ट्वीट कर देते रोज कोई ना ਉਹਨਾਂ ਨੂੰ ਮੇਰੀ ਬੇਨਤੀ ਅੱਜ ਮੈਂ ਤੁਹਾਨੂੰ ਫੇਰ ਤੁਸੀਂ ਕਹਿੰਦੇ ਹੁੰਦੇ ਹੋ ਵੀ ਕਹਿ ਦਿੰਦਾ ਏ, ਦੇਖੋ ਸਿੱਧੂ ਸਾਹਿਬ ਦਾ ਮੰਜਾ ਵੀ ਕਾਂਗਰਸ ਭਵਨ 4 ਮਹੀਨੇ ਹੋ ਗਏ ਉਡੀਕਦਾ ਏ, ਤੇ ਕਾਂਗਰਸ ਭਵਨ ਵੀ ਉਡੀਕਦਾ ਏ। ਆ ਦੀਵਾਲੀ ਵਾਲੇ ਦਿਨ ਕਾਂਗਰਸ ਭਵਨ ਜਾ ਕੇ ਦੀਪ ਦੂਪ ਮਾਲਾ ਕਰੇ ਹੁਣ ਉਹ ਲੈ ਹੱਦ ਹੋ ਗਈ, ਪ੍ਰਧਾਨ ਨੇ ਉਹ, ਪਰ ਉਹ ਹੁਣ ਜਦੋਂ ਆਪ ਦਫ਼ਤਰ ਨਹੀਂ ਜਾਂਦੇ, ਮੰਤਰੀ ਨਹੀਂ ਜਾਂਦੇ, ਤੇ ਮਾੜਾ ਮੋਟਾ ਉਹ ਮੰਜੇ ਦੇ ਵੀ ਦੇਖਣ, ਜੀ ਮੀਡੀਆ ਵਾਲੇ ਵੀ ਦੇਖਣ ਮੰਜਾ ਹੈ ਜਾਂ ਚਲਾ ਗਿਆ। ये भी जानना चाहते हैं कि आप कैप्टन अमरिंदर सिंह के साथ हैं पॉलिटिकली। ਮੈਂ ਕਾਂਗਰਸ ਨਾਲ ਆ, कैप्टन अमरिंदर सिंह ने कहा कि नवी पार्टी ਮੈਂ ਕਿਹਾ ਜੀ ਮੈਂ ਕਾਂਗਰਸ ਨਾਲ, ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ कांग्रेस में अगर नई पार्टी बनाएंगे तो साथ है कि नहीं? ਮੈਂ ਕਿਹਾ ਮੈਂ ਕਾਂਗਰਸ ਨਾਲ ਆ ਯਾਰ, ਕਮਲੀ ਗੱਲ। ਸਾਨੂੰ ਕੋਈ ਮੁੱਖ ਮੰਤਰੀ ਸ਼ਿਪ ਦੇ ਦੇ, ਦੂਜੇ ਅਸੀਂ ਤਾਂ ਨਹੀਂ ਜਾਂਦੇ। ਸਰਦਾਰ ਬੇਅੰਤ ਸਿੰਘ ਦਾ ਖੂਨ ਡੁੱਲਿਆ ਇਸ ਲੁਧਿਆਣੇ ਸ਼ਹਿਰ ਲਈ ਯਾਰ, ਇਸ ਸ਼ਹਿਰ 'ਚ ਡੁੱਲਿਆ, ਅਸੀਂ ਕਿਸੇ ਪਾਰਟੀਆਂ ਨੂੰ ਕੀ ਕਰਨਾ ਹੈ। ਬਿੱਟੂ ਜੀ ਕੈਪਟਨ ਸਾਹਿਬ ਨਵੀਂ ਪਾਰਟੀ ਬਣਾ ਰਹੇ, ਉਹਨੇ ਕਹਿ ਦਿੱਤਾ ਕਿ ਨਵੀਂ ਪਾਰਟੀ ਬਣਾਵਾਂਗਾ ਅਗਰ ਮੇਰੀ ਗੱਲਬਾਤ ਨਾ ਮੈਨੂੰ ਕੈਪਟਨ ਸਾਹਿਬ ਸਤਿਕਾਰਯੋਗ ਨੇ, ਸਾਡੇ ਲੀਡਰ ਰਹੇ ਨੇ, ਅੱਜ ਵੀ ਸਤਿਕਾਰਯੋਗ ਨੇ। ਮੈਂ ਤਾਂ ਹਮੇਸ਼ਾ ਕਿਹਾ ਨਿੱਜੀ ਤੌਰ ਤੇ ਡਟ ਕੇ ਉਹਨਾਂ ਨਾਲ ਖੜੇ, ਨਿੱਜੀ ਤੌਰ ਤੇ। ਪਰ ਆ ਜਿਹੜਾ ਕੰਮ ਆ, ਜਿਹੜਾ ਅਮਿਤ ਸ਼ਾਹ ਹੁਣੀ ਜਾਂ ਹੋਰ ਜਿਹੜੀਆਂ ਨਿਊਜ਼ ਖਬਰਾਂ ਸੁਣਦੇ ਆ ਆਪਾਂ, ਇਹ ਚੀਜ਼ਾਂ ਤੋਂ ਮੈਨੂੰ ਲੱਗਦਾ ਏ ਕਿਤੇ ਕੈਪਟਨ ਸਾਹਿਬ ਬ੍ਰੇਕ ਲੱਗੀ ਆ ਦੁਬਾਰਾ। ਉਹ ਅਮਿਤ ਸ਼ਾਹ ਜੀ ਨੂੰ ਬਗੈਰ ਮਿਲੇ ਤੇ ਮੁੜਿਆ ਆਏ ਨੇ। ਅੰਦਰੋਂ ਗੱਲਬਾਤ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਅਸੀਂ ਵੀ ਕਰਾਂਗੇ ਉਹ ਗੱਲਬਾਤ। वापस कांग्रेस में ਨਹੀਂ, ਹੁਣ ਤੁਸੀਂ ਮੈਨੂੰ ਕਿਹਾ ਕਾਂਗਰਸ ਛੱਡੀ ਨਹੀਂ, नहीं, आप ही करेंगे बात चल रही ਨਹੀਂ ਬਈ सक्रिय हो ਉਹਨਾਂ ਨੂੰ ਕਿਤੇ ਹੋਰ ਜਾਣ ਤੋਂ ਵੀ ਆ ਕੰਮ ਆ। ਦੇਖੋ ਇੱਕ ਗੱਲ ਨੂੰ ਸਮਝੋ, ਮੇਰੇ ਸਤਿਕਾਰਯੋਗ ਕੈਪਟਨ ਅਮਰਿੰਦਰ ਸਿੰਘ 80 ਸਾਲ ਦੇ ਆ, 80 ਸਾਲ ਤੋਂ ਉੱਤੇ ਹੀ ਹੋ ਜਾਣਾ ਜਦੋਂ ਇਲੈਕਸ਼ਨ ਆ। ਤੁਸੀਂ ਮੈਨੂੰ ਦੱਸੋ ਇਸ ਉਮਰ 'ਚ ਕੈਪਟਨ ਸਾਹਿਬ ਹੁਣ ਮੈਂ ਕੀ ਕਹਾਂ, ਕਿੱਥੇ ਜਾ ਕੇ ਰੈਲੀਆਂ ਕਰ ਸਕਦੇ ਆ, ਕਿੱਥੇ ਜਾ ਕੇ ਮੈਂਬਰਸ਼ਿਪ ਕਰ ਸਕਦੇ ਆ, ਕਿੱਥੇ ਜਾ ਕੇ। ਹੁਣ ਬਥੇਰਾ ਹੋ ਗਿਆ ਯਾਰ, ਬਥੇਰਾ ਉਹਨਾਂ ਨੇ ਜੋ ਦੇਣਾ ਸੀ ਬਹੁਤ ਕੁਝ ਦਿੱਤਾ, ਕਿਸਾਨਾਂ ਨੂੰ ਦਿੱਤਾ, ਪੰਜਾਬ ਨੂੰ ਪਾਣੀਆਂ ਦਾ ਰਾਖਾ ਉਹਨਾਂ ਨੂੰ ਕਿਹਾ ਜਾਂਦਾ। ਉਹਨਾਂ ਦੀ ਛੋਟੀ ਗੱਲ ਆ ਕਿਤੇ, ਉਹ ਇੱਜ਼ਤ ਮਾਨ ਉਹਨਾਂ ਨੂੰ ਆਪਣੀ ਬਣਾਈ ਰੱਖੀ ਜਾਣੀ ਚਾਹੀਦੀ ਆ। ਦੇਖੋ 92 ਤੱਕ ਚਾਹੇ ਉਹ ਦੂਜੀ ਪਾਰਟੀ ਸੀਗੇ, 92 ਚ ਮੇਰੇ ਗ੍ਰੈਂਡਫਾਦਰ ਪ੍ਰਧਾਨ ਸੀ, ਪਰ ਉਹਨਾਂ ਦਾ ਮਾਨ ਸਤਿਕਾਰ ਇੰਨਾ ਸੀ ਵੀ ਉਹਨਾਂ ਨੂੰ ਸਮਾਣਾ ਸੀਟ ਤੋਂ ਸਾਰੀਆਂ ਪਾਰਟੀਆਂ ਨੇ ਅਨਅਪੋਜ਼ ਜਿਤਾਇਆ ਸੀ। ਕਿਸੇ ਨੇ ਕੈਂਡੀਡੇਟ ਨਹੀਂ ਖੜਾ ਕੀਤਾ ਸੀ ਵੀ ਕੋਈ ਗੱਲ ਨਹੀਂ, ਵੀ ਇੱਕ ਬੰਦਾ ਕਾਂਗਰਸ ਤੋਂ ਇਲਾਵਾ ਇੱਕ ਬੰਦਾ ਪਾਰਟੀ ਲੜਾ ਕੇ ਆਪਣੇ 117 ਕੈਂਡੀਡੇਟ ਖੜੇ ਕੀਤੇ, ਜਿਹ ਚੋਂ ਜੀਰਾ ਸਾਹਿਬ ਅੱਜ ਜਿਹੜੇ ਆਪਣੇ ਐਮਐਲਏ ਨੇ, ਜੀਰਾ ਜੀ ਇਹਨਾਂ ਦੇ ਪਿਤਾ ਜੀ ਜਿੱਤੇ ਸੀ ਇਹਨਾਂ ਦੀ ਪਾਰਟੀ ਤੋਂ, ਤੇ ਇੱਕ ਜਿਹੜੇ ਆ ਸਾਡੇ ਉੱਥੋਂ ਡਿਸਟ੍ਰਿਕਟ ਤਰਨਤਾਰਨ ਤੋਂ ਜਿਹੜੇ ਨੇ ਸਾਡੇ, ਮੈਂ ਨਾਮ ਭੁੱਲ ਗਿਆ ਹੁਣ ਉਹਨਾਂ ਦਾ, 2 ਬੰਦੇ ਇਹਨਾਂ ਦੇ, ਤੀਜੇ ਇਹ ਆਪ ਜਿਹੜੇ ਆ ਉਹ ਜਿੱਤੇ ਸੀ ਉਸ ਵੇਲੇ। ਤੇ ਇਸ ਕਰਕੇ ਬੜਾ ਮਾਣ ਸਤਿਕਾਰ ਪੰਜਾਬ ਨੇ ਦਿੱਤਾ, ਬਹੁਤ ਮਾਣ ਸਤਿਕਾਰ ਦਿੱਤਾ ਹੈ, ਤੇ ਮੈਂ ਸਮਝਦਾ ਉਹ ਮਾਣ ਸਤਿਕਾਰ ਕੈਪਟਨ ਸਾਹਿਬ ਬਣਾ ਰੱਖੇ। अगर कैप्टन साहब पार्टी बना के खड़े होते हैं तो कांग्रेस का नुकसान होगा, समझते हो आप? अरे नहीं, एक गल मेरी दसो, एक बात बताओ, अगर कांग्रेस का नुकसान होता तो कांग्रेस पार्टी मुख्यमंत्री से ओहदे से उतारती? आप यही सोच लो। ਬਿੱਟੂ ਜੀ ਇੱਕ ਲਾਸਟ ਸਵਾਲ ਹੈ ਜੀ, ਬਾਰਡਰਾਂ ਤੇ ਬੜੀ ਹਲਚਲ ਫਿਰ ਮੱਚੀ ਆ, ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ, ਉੱਥੇ ਬੈਰੀਕੇਡ ਢਾਣ ਲੈ ਕੇ ਫਿਰ ਕਿਸਾਨ ਤੇ ਦਿੱਲੀ ਕੋਲ ਸਾਹਮਣੇ ਆ। ਬਸ ਮੈਂ ਕਿਹਾ ਨਿਸ਼ਾਨਾ ਕਿਸਾਨਾਂ ਨੂੰ ਬੇਨਤੀ ਆ, ਅਸੀਂ ਤਾਂ ਪਹਿਲਾਂ ਅੰਦਰ ਬੈਠੇ ਹੀ ਆ ਜੰਤਰ ਮੰਤਰ ਤੇ, ਚੱਕ ਦੇਣ ਟਰੈਕਟਰਾਂ ਦੀਆਂ ਰੇਸਾਂ ਦੇ ਦੇਣ, ਚੱਲਣ ਪਾਰਲੀਮੈਂਟ ਨੂੰ ਖੜੇ ਮਿਲਾਂਗੇ ਮੂਰੇ। ਬੈਰੀਕੇਡ ਤਾਂ ਚੱਕੇ ਗਏ ਨਾ, ਹੁਣ ਚੱਕ ਦੇਣ ਕਿੱਲੀ ਸਿੱਧਾ ਦਿੱਲੀ। ਚਲੋ ਪਾਰਲੀਮੈਂਟ ਹੀ ਖਬਰ ਹੈ। ਪਾਰਲੀਮੈਂਟ